सत श्री अकाल। दूरदर्शन देख रहे मेरे सारे दर्शकों का मैं मुस्कान शर्मा निੱਘਾ स्वागत करती हाँ प्रोग्राम कानूनी नुक्ते च। दोस्तों जिवें कि तुहानूं पता है कि इस प्रोग्राम का मूल मकसद यही है कि असीं अपने दर्शकों नूं उन्हां दे हक्कां दे बारे जागरूक करवा सकीए। उस दे नाल ये भी कोशिश की जाती है कि हर हफ्ते एक नवे कानून उत्ते चर्चा करिए तां जो उन्हां दे ज्ञान अते जानकारी दे विच भरपूर वाधा हो सके। इस दे नाल ही जे अज दे विषय बारे असीं गल करिए, साडा अज दा विषय है बाल अपराधियों दे संबंधित कानून। दोस्तों अपराध करने की कोई उम्र नहीं होंदी, भावें वो 10 साल का कोई बच्चा होवे या 60 साल का कोई बजुर्ग, पर इन्हां दोनों नूं एक ही कानून दे हेठ नहीं लैके आया जा सकता। तां ही बच्चों के लिए वखरा कानून बनाया गया है जिहदे बारे अज असीं गल करन जा रहे हैं। पर उस तो पहला मैं तुहानूं सारिआं नूं रूबरू कराना चाहनी हां साडे अज दे बहुत खास मेहमान जिन्हां दा नाम है एडवोकेट अजयपाल सिंह पठानिया। सत श्री अकाल। वो पिछले 22 सालों तो इसी कानूनी पेशे दे विच काम कर रहे हैं तो बहुत सारिया सरकारी संस्थावां दे लीगल एडवाइजर ने। सर मैं तुहाडा बहुत बहुत स्वागत करदी हां कानूनी नुक्ते दे विच। जी जे असीं अपनी वार्तालाप नूं अगे वधाईए सर, सब तो पहले मैं तुहानूं यही पूछना चाहनी हां कि बाल अपराधियों दे लई किहड़े-किहड़े वखरे-वखरे कानून बनाए गए ने। मुस्कान बहुत अच्छा बेसिकली क्वेश्चन स्टार्टिंग दे विच ही हैगा कि जिहड़े बाल अपराधी है ਉਹਨੂੰ ਆਪਾਂ बाल अपराधी ਦੇ कैटेगरी ਦੇ ਵਿੱਚ ਕਿਉਂ ਆਪਾਂ ਰਿਕੋਗਨਾਈਜ਼ ਕਰਦੇ ਹਾਂ, ਕਿਉਂਕਿ ਇੱਕ अपराधी ਹੋ ਗਿਆ ਜਿਹਦੇ ਲਈ ਕਾਨੂੰਨ ਜਿਹੜਾ ਹੈ ਕਠੋਰ ਸਖਤ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਨੂੰ ਡੀਲ ਕਰਨ ਲਈ ਕੈਪੀਟਲ ਪਨਿਸ਼ਮੈਂਟ ਤੱਕ ਹੋਣੀ ਜ਼ਰੂਰੀ ਸਮਝੀ ਗਈ ਹੈ ਕਿ ਤਾਂ ਕਿ ਜਿਹੜੀ ਇੱਕ ਸੋਸਾਇਟੀ ਹੈ ਉਹਦੇ ਵਿੱਚ ਇੱਕ ਜਿਹੜਾ ਕਾਨੂੰਨ ਦਾ ਜਿਹੜਾ ਸ਼ਾਸਨ ਹੈ ਉਹ ਪ੍ਰੀਵੇਲ ਕਰੇ। ਬਟ ਇੱਕ ਜਿਹੜੇ ਬਾਲ ਅਪਰਾਧੀ ਹੈ ਉਹਨਾਂ ਨੂੰ ਵੀ ਅਪਰਾਧੀ ਤੌਰ 'ਤੇ ਤਾਂ ਰੱਖਿਆ ਗਿਆ, ਬਟ ਉਹਨਾਂ ਨੂੰ ਦੂਸਰੇ ਅਪਰਾਧੀਆਂ ਤੋਂ ਅਲੱਗ ਰੱਖ ਕੇ ਉਹਨਾਂ ਲਈ ਥੋੜ੍ਹੇ ਜਿਹੇ ਇੱਕ ਨਵੇਂ ਕਾਨੂੰਨ ਬਣਾਏ ਗਏ। ਅਲੱਗ ਕਾਨੂੰਨ ਬਣਾਉਣ ਦੇ ਨਾਲ ਜਿਹੜੇ ਅਪਰਾਧੀ ਸੀ ਉਹਨਾਂ ਲਈ ਜੁਵੇਨਾਈਲ ਜਸਟਿਸ ਜਿਹੜਾ ਹੈਗਾ ਐਕਟ ਬਣਾਇਆ ਗਿਆ, ਜਿਹੜਾ ਕਿ ਹੁਣ ਜਿਹੜਾ ਲੇਟੈਸਟ ਜਿਹੜਾ 2015 ਦੇ ਵਿੱਚ ਜਿਹੜਾ ਇਹ ਬਣਾਇਆ ਗਿਆ ਸੀ, ਜਿਹੜਾ ਬਾਅਦ ਵਿੱਚ ਐਨਫੋਰਸ ਹੋਇਆ। ਉਸ ਤੋਂ ਪਹਿਲਾਂ ਵੀ ਇੱਕ ਕਾਨੂੰਨ ਜੁਵੇਨਾਈਲ ਜਸਟਿਸ ਲਈ ਜਿਹੜੇ ਜੁਵੇਨਾਈਲਸ ਲਈ ਰਹੇ ਹੈ। ਜੁਵੇਨਾਈਲ ਮੈਂ ਦੱਸਣਾ ਚਾਹੁੰਦਾ ਹੈ ਕਿ ਟਾਈਮ ਟੂ ਟਾਈਮ ਇਹਦੀ ਜਿਹੜੀ ਪਰਿਭਾਸ਼ਾ ਹੈ ਪਹਿਲਾਂ 16 ਸਾਲ ਤੋਂ ਨੀਚੇ ਜਿਹੜੇ ਅਪਰਾਧੀ ਰਹੇ ਹੈ ਉਹਨਾਂ ਨੂੰ ਆਪਾਂ ਜਿਹੜੇ ਬਾਲ ਅਪਰਾਧੀ ਦੇ ਕੈਟਾਗਰੀ ਦੇ ਵਿੱਚ ਲੈਂਦੇ ਸੀ। ਬਾਅਦ ਵਿੱਚ ਅਮੈਂਡਮੈਂਟਸ ਹੋਈਆਂ, ਫਿਰ ਇਹਨੂੰ 18 ਸਾਲ ਕੀਤਾ ਗਿਆ। ਕੁਛ ਟਾਈਮ ਵੇਲੇ ਫਿਰ ਇਹਨੂੰ 16 ਸਾਲ ਕੀਤਾ ਗਿਆ। ਹੁਣ ਦੁਬਾਰਾ ਫਿਰ ਇਹਨੂੰ ਜਿਹੜਾ ਹੈਗਾ 18 ਸਾਲ ਦੀ ਕੈਟਾਗਰੀ ਦੇ ਵਿੱਚ ਰੱਖ ਕੇ ਬਟ ਉਹਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਇੱਕ ਡਿਫਰੈਂਸ਼ੀਏਟ ਕੀਤਾ ਗਿਆ ਕਿ ਵੀ ਕਿਹੜੇ ਇੰਟੈਂਸ਼ਨਲ ਬਾਲ ਅਪਰਾਧੀ ਹੋ ਸਕਦੇ ਆ, ਕਿਹੜੇ ਬਹੁਤ ਸੀਰੀਅਸ ਓਫੈਂਸਿਸ ਕਰਨ ਵਾਲੇ ਜਿਹੜੇ ਹੈਗੇ ਉਹਨਾਂ ਨਾਲ ਰਿਲੇਟਡ ਹੋ ਸਕਦੇ ਆ। ਉਹਨਾਂ ਨੂੰ ਆਪਾਂ ਬਾਲ ਅਪਰਾਧੀ ਕੈਟਾਗਰੀ ਦੇ ਵਿੱਚ ਜੁਵੇਨਾਈਲ ਜਸਟਿਸ ਐਕਟ ਬਣਾਇਆ ਗਿਆ, ਜਿਸ ਦੇ ਲਈ ਅਲੱਗ ਅਦਾਲਤਾਂ ਰੱਖੀਆਂ ਗਈਆਂ, ਅਲੱਗ ਜਿਹੜੇ ਸ਼੍ਰੇਣੀਆਂ ਦੇ ਵਿੱਚ ਜਿਹੜੇ ਹੈਗੇ ਐਕਿਊਜ਼ਡ ਬਣਾ ਕੇ ਉਹਨਾਂ ਨੂੰ ਜੁਵੇਨਾਈਲ ਡਿਕਲੇਅਰ ਕਰਕੇ ਉਹਨਾਂ ਦੇ ਲਈ ਪ੍ਰੋਪਰ ਸਿਸਟਮ ਇੱਕ ਬਣਾਇਆ ਗਿਆ। ਜੀ ਤੇ ਇਸ ਦੇ ਨਾਲ ਹੀ ਜਿਵੇਂ ਕਿ ਤੁਸੀਂ ਜੁਵੇਨਾਈਲ ਦੀ ਸਾਨੂੰ ਡੈਫੀਨੇਸ਼ਨ ਦੱਸੀ ਕਿ ਕਿਹੜੇ-ਕਿਹੜੇ ਐਕਟਸ ਹੋਣ ਨੇ, ਇਹ ਵੀ ਦੱਸਿਆ ਜਾਵੇ ਇਹਨਾਂ ਜਿਹੜੇ ਐਕਟਸ ਨੇ ਕਾਨੂੰਨ ਨੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਅਪਰਾਧ ਪਾਏ ਗਏ ਨੇ। ਹਰ ਤਰ੍ਹਾਂ ਦੇ ਅਪਰਾਧ ਜਿਹੜੇ ਹੈ ਜਿਹੜਾ ਅਪਰਾਧੀ 18 ਸਾਲ ਤੋਂ ਥੱਲੇ ਹੋਏਗਾ ਜੀ, ਉਸਨੇ ਚਾਹੇ ਉਹ ਮਰਡਰ ਕੀਤਾ ਹੈ, ਚਾਹੇ ਉਸਨੇ ਕੋਈ ਸੈਕਸੁਅਲ ਅਸੌਲਟ ਕੀਤਾ ਹੈ, ਚਾਹੇ ਉਸਨੇ ਕੋਈ ਮਨੀ ਨਾਲ ਰਿਲੇਟਡ ਕੋਈ ਅਫੈਂਸ ਕੀਤਾ ਹੈ, ਚਾਹੇ ਉਹਨੇ ਚੀਟਿੰਗ ਕੀਤੀ ਹੈ, ਚਾਹੇ ਉਹਨੇ ਕੋਈ ਥੈਫਟ ਕੀਤੀ ਹੈ, ਬਰਗਲੀ ਕੀਤੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਐਸਾ ਜਿਹੜਾ ਕੋਈ ਉਹਨੇ ਗੈਰ ਕਾਨੂੰਨੀ ਕੰਮ ਕੀਤਾ ਹੈ ਉਹਨੂੰ ਆਪਾਂ ਜੁਵੇਨਾਈਲ ਐਕਟ ਦੇ ਵਿੱਚ ਉਹਨੂੰ ਟਰਾਈ ਕਰਨਾ ਹੈ। ਉਹਨੂੰ ਦੂਸਰੀ ਅਦਾਲਤ ਵਿੱਚ ਉਹਨੂੰ ਪ੍ਰੀਵੇਲ ਨਹੀਂ ਕਰਨਾ, ਉਹਨੂੰ ਦੂਸਰੀ ਅਦਾਲਤ ਵਿੱਚ ਨਹੀਂ ਭੇਜਣਾ ਜਦ ਤੱਕ ਜੁਵੇਨਾਈਲ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਜਿਹੜੇ ਬੇਸਿਕਲੀ ਜਿਹਨੂੰ ਆਪਾਂ ਜੁਵੇਨਾਈਲ ਐਕਟ ਦੇ ਵਿੱਚ ਉਹਨਾਂ ਨੂੰ ਜੱਜ ਸਾਹਿਬ ਨੂੰ ਜਿਹਨਾਂ ਨੂੰ ਪਾਵਰਾਂ ਦਿੱਤੀਆਂ ਗਈਆਂ, ਬੋਰਡ ਨੇ ਜਿਹੜਾ ਡਿਸਾਈਡ ਕਰਨਾ ਹੈ, ਜਦ ਤੱਕ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਉਹ ਬੰਦਾ ਜਿਹੜਾ ਹੈਗਾ ਬਾਰ-ਬਾਰ ਹੈਬਿਚੁਅਲ ਓਫੈਂਡਰ ਹੈ ਜਾਂ ਉਸਦੀ ਜਿਹੜੀ ਮਾਨਸਿਕ ਜਿਹੜੀ ਸੋਚ ਹੈ ਉਹ ਇੱਕ ਅਪਰਾਧੀ ਦੀ ਤਰ੍ਹਾਂ ਹੀ ਹੈਗੀ ਹੈ, ਫਿਰ ਉਹਨੂੰ ਦੂਸਰੇ ਅਦਾਲਤ ਵਿੱਚ 16 ਸਾਲ ਤੋਂ ਉੱਪਰ ਵਾਲਾ ਜਿਹੜਾ ਅਪਰਾਧੀ ਹੋਏਗਾ, ਬਾਲ ਅਪਰਾਧੀ ਹੋਏਗਾ, ਉਹਨੂੰ ਦੂਸਰੇ ਸੰਬੰਧਿਤ ਕੋਰਟ ਦੇ ਵਿੱਚ ਜਿਹੜਾ ਆਮ ਲੋਕਾਂ ਲਈ ਅਪਰਾਧੀਆਂ ਲਈ ਰੱਖੀ ਗਈ ਅਦਾਲਤ ਹੈ ਉਹ ਉੱਥੇ ਉਹਨੂੰ ਭੇਜ ਦਿੱਤਾ ਜਾਂਦਾ ਹੈ। ਜੀ ਇਸ ਨਾਲ ਹੀ ਜੇ ਅਸੀਂ ਗੱਲ ਕਰੀਏ ਪੀੜਿਤ ਦੀ, ਜੇ ਕੋਈ ਪੀੜਿਤ ਹੈ ਉਹ ਜਿਹੜਾ ਦੋਸ਼ੀ ਹੈ, ਜੇ ਉਹਨੇ ਕੋਈ ਬੱਚਾ ਹੋਵੇ ਜਾਂ ਬਾਲਗ ਹੋਵੇ ਜੀ, ਪੀੜਿਤ ਕਿੱਥੇ ਜਾਏਗਾ ਆਪਣੀ ਜਿਹੜੀ ਕੰਪਲੇਂਟ ਕਰਾਉਣ ਜਾਏਗਾ ਤੇ ਕਿਹੜੀ ਅਥਾਰਟੀ ਦੇ ਅੰਦਰ ਹੋ ਜਾਏਗਾ ਤੇ ਕਿਵੇਂ ਉਹਦੀ ਕੰਪਲੇਂਟ ਦਾ ਕੀ ਪ੍ਰਕਿਰਿਆ ਹੈ ਪੂਰੀ, ਇਹ ਦੱਸੋ ਸਾਨੂੰ। ਵੱਖ-ਵੱਖ ਅਦਾਰੇ ਬਣਾਏ ਗਏ ਹੈ ਜਿਸ ਦੇ ਵਿੱਚ ਜਿਸ ਵਿਅਕਤੀ ਵਿਰੁੱਧ ਓਫੈਂਸ ਕੀਤਾ ਗਿਆ ਹੈ, ਮੰਨ ਲਓ ਕਿ ਜੀ ਇੱਕ ਖਾਸ ਕਰ ਕੁਝ ਸੀਰੀਅਸ ਓਫੈਂਸਿਸ ਹੈ ਜਿਹਦੇ ਵਿੱਚ ਲੜਕੀਆਂ ਵਿਰੁੱਧ ਹੈ, ਕੋਈ ਐਸਿਡ ਅਟੈਕ ਹੋ ਗਿਆ, ਕੋਈ ਸੈਕਸੁਅਲ ਅਸੌਲਟ ਹੋ ਗਿਆ ਜੀ,
ਜਾਂ ਬੱਚੇ ਹੈ ਛੋਟੇ ਹੈ ਜਿਹਦੇ ਨਾਲ ਬੜੇ ਮੇਲ ਵੀ ਹੋ ਸਕਦਾ, ਫੀਮੇਲ ਵੀ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੇ ਅਪਰਾਧ ਨਾਲ ਰਿਲੇਟਡ ਕੋਈ ਅਗਰ ਕੋਈ ਇਸ ਤਰ੍ਹਾਂ ਦਾ ਆਫੈਂਸ ਹੋਇਆ ਤੇ ਸਾਡੇ ਇੰਡੀਅਨ ਸੋਸਾਇਟੀ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਂਦਾ ਕਿ ਨਹੀਂ ਜੀ ਉਹਨੂੰ ਦਬਾਇਆ ਜਾਏ। ਹਾਂਜੀ, ਲੜਕੀ ਨਾ ਹੋ ਗਿਆ ਤੇ ਨਹੀਂ ਜੀ ਸਾਰੇ ਕਹਿਣਗੇ ਜੀ ਉਹ ਨਹੀਂ ਜੀ ਤਾਂ ਕੱਲ ਨੂੰ ਇਹਦੇ ਤੇ ਕੁਐਸਚਨ ਮਾਰਕ ਆ ਜਾਏਗਾ। ਹਾਂਜੀ, ਵਿਆਹ ਨਹੀਂ ਹੋਏਗਾ ਉਹਦਾ, ਕੋਈ ਵਿਆਹ ਨਹੀਂ ਹੋਏਗਾ, ਉਹਨੂੰ ਸਕੂਲ 'ਚ ਨਹੀਂ ਭੇਜਿਆ ਜਾ ਸਕਦਾ। ਹਾਂਜੀ, ਹਾਂਜੀ, ਰਿਸ਼ਤੇਦਾਰ ਕੀ ਕਹਿਣਗੇ, ਆਂਢੀ ਗੁਆਂਢੀ ਕੀ ਕਹਿਣਗੇ। ਉਹ ਜਿਹੜੀ ਜਾਗਰੂਕਤਾ ਹੈ ਇੱਕ ਅਲੱਗ ਤੋਂ ਇਸ਼ੂ ਹੈ। ਫਿਰ ਆ ਗਈ ਕਿ ਕੰਪਲੇਂਟ ਆਪਾਂ ਕਿੱਥੇ ਕਰਨੀ ਹੈ। ਇਹਨਾਂ ਕੇਸਿਸ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਰੂਟੀਨ ਦੇ ਵਿੱਚ ਤੁਰੰਤ ਸੁਪਰੀਮ ਕੋਰਟ ਆਫ ਇੰਡੀਆ ਨੇ ਨੰਬਰ ਆਫ ਜਜਮੈਂਟਸ ਦੇ ਵਿੱਚ ਡਿਕਲੇਅਰ ਕੀਤਾ ਹੈ ਕਿ ਵੀ ਅਗਰ ਡਿਲੇ ਵੀ ਹੋ ਗਿਆ, ਕਿਉਂਕਿ ਅਦਰਵਾਈਜ਼ ਕ੍ਰਿਮੀਨਲ ਜੂਰਿਸਪ੍ਰੂਡੈਂਸ ਕਿਹਾ ਜਾਂਦਾ ਕਿ ਅਗਰ ਕਿਸੇ ਨੇ ਇੰਟੈਂਸ਼ਨਲੀ ਡਿਲੇ ਕਰਤਾ ਹੈ ਤੇ ਉਹਦਾ ਬੈਨੀਫਿਟ ਆਫ ਡਾਊਟ ਹਮੇਸ਼ਾ ਐਕਿਊਜ਼ ਹੋ ਜਾਂਦਾ ਹੈ। ਬਟ ਇਹਨਾਂ ਕੇਸਿਸ ਦੇ ਵਿੱਚ ਅਗਰ ਡਿਲੇ ਵੀ ਹੈਗਾ ਔਰ ਉਹ ਲੜਕੀ ਕਾਰਨਵਸ਼ ਬੱਚੀ ਹੈ, ਛੋਟੀ ਹੈ ਜਾਂ ਕੋਈ ਲੇਡੀਜ਼ ਹੈ ਜਿਹੜੀ ਕਿ ਉਹ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸ ਪਾਈ, ਪਹਿਲਾਂ ਕੋਈ ਸ਼ਰਮ ਹਯਾ ਕਹਿ ਸਕਦੇ ਆ ਜਾਂ ਉਹਨੂੰ ਕੋਈ ਡਰ ਹੈ ਕਿਸੇ ਵੀ ਤਰ੍ਹਾਂ ਦਾ, ਤੋ ਉਹਨੇ ਜਦੋਂ ਦੱਸ ਦਿੱਤਾ ਹੈ ਤਾਂ ਇਮੀਡੀਏਟਲੀ ਇਹਦੇ ਲਈ ਅਦਾਰੇ ਜਿਹੜੇ ਹੈਗੇ ਆ ਨੀਅਰ ਬਾਈ ਪੁਲਿਸ ਸਟੇਸ਼ਨ ਹੈ, ਅਗਰ ਉਹ ਨਹੀਂ ਸੁਣਦੇ ਤੇ ਹਾਇਰ ਪੁਲਿਸ ਅਥਾਰਟੀਜ਼ ਹੈ। ਇਸ ਦੇ ਲਈ ਟੋਲ ਫ੍ਰੀ ਨੰਬਰਸ, ਹੈਲਪਲਾਈਨ ਨੰਬਰਸ ਦਿੱਤੇ ਗਏ ਹੈ। ਪੰਜਾਬ ਦੇ ਵਿੱਚ 112 ਹੈ, 100 ਹੈ, ਤੁਸੀਂ ਉੱਥੇ ਇਨਫੋਰਮ ਕਰ ਸਕਦੇ ਹੋ। ਫਿਰ ਵੀ ਉੱਥੇ ਉਹ ਤੋਂ ਇਲਾਵਾ ਵੀ ਜਿਹੜੇ ਹੈਗੇ ਆ ਨੀਅਰ ਬਾਈ SDM, ਤਹਿਸੀਲਦਾਰ, ਰੈਵਨਿਊ ਅਥਾਰਟੀਜ਼ ਵੀ ਉਹਨਾਂ ਕੋਲ ਵੀ ਜਾ ਕੇ ਤੁਸੀਂ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਮਾਰਕ ਤੁਸੀਂ ਪੁਲਿਸ ਅਥਾਰਟੀਜ਼ ਨੂੰ ਕਰਵਾ ਸਕਦੇ ਹੋ। ਮੈਂ ਵੀ ਦੱਸਣਾ ਚਾਹੁੰਦਾ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਕਿ ਇੱਕ ਚੀਜ਼ ਜਿਹੜੀ ਜ਼ਰੂਰੀ ਹੈ ਉਹ ਹੈਗੀ ਹੈ ਕਿ ਤੁਸੀਂ ਇਨਫੋਰਮੇਸ਼ਨ ਜ਼ਰੂਰ ਦੇਵੋ ਔਰ ਇਨਫੋਰਮੇਸ਼ਨ ਦੇ ਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਹੈ ਕਿ ਜਿਹੜੇ ਕੋਗਨਾਈਜ਼ੇਬਲ ਆਫੈਂਸਿਸ ਹੈ, ਮਤਲਬ ਨੋਨ ਅਵੇਲੇਬਲ ਆਫੈਂਸਿਸ, ਜਿਹੜੇ ਸੀਰੀਅਸ ਆਫੈਂਸਿਸ ਹੈਗੇ ਉਹਦੇ ਵਿੱਚ ਤੁਰੰਤ ਪੁਲਿਸ ਨੂੰ ਇੰਸਟਰਕਸ਼ਨ ਦਿੱਤੀਆਂ ਗਈਆਂ ਕਿ ਪਹਿਲਾਂ FIR ਦਰਜ ਹੋਣੀ ਹੈ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਣੀ ਹੈ। ਸੋ 0 FIR ਕਰਨੀ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਿਹੜੀ ਹੈਗੀ ਪਹਿਲਾਂ FIR ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ। ਸੋ ਐਨੀਬੋਡੀ ਕੈਨ ਗਿਵ ਐਨ ਇਨਫੋਰਮੇਸ਼ਨ, ਅਗਰੀਡ ਪਰਸਨ, ਉਹਨਾਂ ਦੇ ਫੈਮਿਲੀ ਮੈਂਬਰ, ਉਹਨਾਂ ਦੇ ਜਿਹੜੇ ਕੋਈ ਸੰਬੰਧਿਤ ਕੋਈ ਬੰਦਾ ਜਾਂ ਜਿਹਨੇ ਕੋਈ ਜঘੰਨੇ ਅਪਰਾਧ ਹੁੰਦੇ ਹੋਏ ਦੇਖ ਲਿਆ ਹੈ ਉਹ ਵੀ ਇਨਫੋਰਮੇਸ਼ਨ ਦੇ ਸਕਦਾ ਹੈ। ਔਰ ਇਨਫੋਰਮੇਸ਼ਨ ਦੇ ਕੇ FIR ਦਰਜ ਕਰਵਾਉਣਾ ਸਭ ਤੋਂ ਪਹਿਲਾਂ ਇੱਕ ਉਹਦਾ ਜ਼ਿੰਮੇਵਾਰੀ ਹੈ, ਡਿਊਟੀ ਹੈ। ਉਸ ਤੋਂ ਬਾਅਦ ਜਿਹੜੀ ਹੈ ਨੈਚੁਰਲੀ ਫਿਰ ਜਿਹੜਾ ਲਾਅ ਆਫ ਮੋਸ਼ਨ ਹੈ ਉਹ ਸੈਟਅਪ ਹੋਏਗਾ, ਸੈਟਅਪ ਹੋ ਕੇ ਨੈਚੁਰਲੀ ਪੁਲਿਸ ਮਸ਼ੀਨਰੀ ਉਹਦੇ ਤੇ ਇਨਵੈਸਟੀਗੇਸ਼ਨ ਕਰੇਗੀ। ਉਸ ਤੋਂ ਬਾਅਦ ਜੋ ਵੀ ਚਲਾਨ ਦੇ ਕੇ ਟ੍ਰਾਇਲ ਚੱਲੇਗਾ, ਕੋਰਟ ਦੇ ਵਿੱਚ, ਅਦਾਲਤ ਵਿੱਚ ਚੱਲੇਗਾ। ਜੀ, ਜਿਵੇਂ ਕਿ ਦੋਸਤੋ ਕਿਹਾ ਗਿਆ ਹੈ ਕਿ ਸਭ ਤੋਂ ਪਹਿਲੇ ਤੁਸੀਂ ਪੁਲਿਸ ਸਟੇਸ਼ਨ ਜਾਣਾ ਬਹੁਤ ਜ਼ਰੂਰੀ ਹੈ। ਸਮਾਜ ਦੀ ਬਿਨਾਂ ਸੋਚੇ ਕਿ ਕੀ ਸੋਚੇਗਾ ਸਮਾਜ, ਇਹ ਜ਼ਰੂਰੀ ਹੈ ਕਿ ਅਪਰਾਧੀ ਫੜਿਆ ਜਾਵੇ। ਉਸ ਨਾਲ ਹੀ ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਸਰ ਚਲੋ FIR ਹੋ ਗਈ, ਉਸ ਤੋਂ ਬਾਅਦ ਕੋਰਟ 'ਚ ਕੇਸ ਪਹੁੰਚ ਗਿਆ, ਕਚਹਿਰੀਆਂ, ਤੇ ਇੱਕ ਪੀੜਤ ਦੇ ਬਿਆਨ ਲੈਣ ਦੇ ਸੰਬੰਧਿਤ ਕੋਈ ਖਾਸ ਕਾਨੂੰਨ ਹੈਗਾ? ਇਹਦੇ ਲਈ ਇੰਡੀਅਨ ਐਵੀਡੈਂਸ ਐਕਟ ਹੀ ਪ੍ਰੀਵੇਲ ਕਰ ਜਾਂਦਾ ਜੀ। ਇਹਦੇ ਵਿੱਚ ਕਲੀਅਰਲੀ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਵੀ 12 ਸਾਲ ਤੋਂ ਉੱਪਰ ਜਿਹੜਾ ਹੈਗਾ ਉਹਦੀ ਅਗਰ ਬੱਚਾ ਹੈ ਉਹਦੀ ਤਾਂ ਮੈਂਟਲ ਐਬਿਲਿਟੀ, ਫਿਜ਼ੀਕਲ ਐਬਿਲਿਟੀ ਜਿਹੜੀ ਹੈ ਕੋਰਟ ਨੇ ਵੈਸੇ ਹੀ ਨਾਰਮਲ ਕੁਐਸਚਨਸ ਪੁੱਛ ਕੇ ਉਹਨੂੰ ਇੱਕ ਅਸੈਸ ਕਰਨਾ ਔਰ ਅਸੈਸ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਡਿਕਲੇਅਰ ਕਰ ਦੇਣਾ ਕਿ ਹੀ ਔਰ ਸ਼ੀ ਇਜ਼ ਫਿਟ ਟੂ ਮੇਕ ਅ ਸਟੇਟਮੈਂਟ। ਔਰ ਜਿਹੜੇ ਉਹਨੂੰ ਸਾਰੇ ਜਿਹੜੇ ਸਰਕਮਸਟੈਂਸਿਸ ਹੈ ਉਹਨੂੰ ਪਤਾ ਹੈ ਕਿ ਵੀ ਕਿਹੜੀ ਚੀਜ਼ਾਂ ਚੰਗੀਆਂ ਕਿਹੜੀਆਂ ਮਾੜੀਆਂ। ਮੈਂ ਬਿਲਕੁਲ ਇਹਦੇ ਵਿੱਚ ਥੋੜਾ ਐਡ ਔਨ ਕਰਾਂਗਾ ਕਿ ਜਿੱਦਾਂ ਕਿ ਇੱਕ ਗੁੱਡ ਟੱਚ, ਬੈਡ ਟੱਚ, ਖਾਸ ਕਰ ਲੜਕੀਆਂ ਵਾਸਤੇ, ਬੱਚੀਆਂ ਵਾਸਤੇ, ਜਿਹੜੇ ਬੱਚੀਆਂ 12 ਸਾਲ ਤੋਂ ਥੱਲੇ ਹੈ ਉਹਨਾਂ ਵਾਸਤੇ ਵੀ ਐਵੀਡੈਂਸ ਜਿਹੜਾ ਹੈਗਾ ਉਹਦੇ ਵਿੱਚ ਡਿਸਕਾਰਡ ਨਹੀਂ ਹੋ ਸਕਦਾ, ਐਵੀਡੈਂਸ ਉਹਨਾਂ ਦਾ ਵੀ ਹੋ ਸਕਦਾ ਜੀ। ਬਟ ਉਹਦੇ ਵਿੱਚ ਮਾਨਯੋਗ ਅਦਾਲਤ ਨੇ ਪਹਿਲਾਂ ਉਹਨੂੰ ਸਾਰੇ ਕੁਐਸਚਨਸ ਕਰਨੇ ਆ। ਉਹਦੇ ਵਿੱਚ ਇਹ ਵੀ ਪੁੱਛਿਆ ਜਾਏਗਾ, ਜ਼ਰੂਰੀ ਹੈਗਾ ਕਿ ਜਿਹੜੇ ਆਪਣੇ ਉਹਦੇ ਫੈਮਿਲੀ ਮੈਂਬਰਸ ਹੈ ਜਾਂ ਜਿਹੜੇ ਪਤਾ ਹੈ ਤੁਹਾਨੂੰ ਕਿ ਵੀ ਜਿਹੜੇ ਬੈਡ ਟੱਚ ਕੀ ਹੁੰਦਾ, ਗੁੱਡ ਟੱਚ ਕੀ ਹੁੰਦਾ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ, ਕਿਹੜੇ ਸਕੂਲ 'ਚ ਪੜ੍ਹਦੇ ਹੋ, ਹੈ ਨਾ, ਹਰ ਚੀਜ਼ਾਂ ਦੇ ਬਾਰੇ, ਕਿਹਦੇ ਨਾਲ ਤੁਸੀਂ ਬੈਠ ਸਕਦੇ ਹੋ, ਆ ਜਾ ਸਕਦੇ ਹੋ, ਕੀ ਲਾਣਾ, ਕੀ ਖਾਣਾ, ਕਿਹਦੇ ਨਾਲ, ਜੋ ਵੀ ਉਹਨਾਂ ਨੇ ਇੱਕ ਪ੍ਰੋਪਰ ਦੇਖਣਾ ਹੈ। ਉਸ ਤੋਂ ਬਾਅਦ ਉਹਨਾਂ ਨੇ ਅਗਰ ਉਹਨਾਂ ਨੂੰ ਲੱਗਦਾ ਕਿ ਫਿਟ ਸਟੇਟ ਆਫ ਮਾਈਂਡ 'ਚ ਹੈਗੀ ਹੈ, ਬੱਚੇ ਦੇ ਬਿਆਨ ਲੈਣ ਯੋਗ ਹੈਗੀ ਹੈ, ਤਾਂ ਉਹਨਾਂ ਨੇ ਉਸ ਵੇਲੇ ਹੀ ਸਰਟੀਫਿਕੇਟ ਜਾਰੀ ਕਰਕੇ ਉਹਦਾ ਬਿਆਨ ਅੱਗੇ ਪ੍ਰੋਸੀਡ ਕਰਨਾ ਹੈ ਜੀ। ਤੇ ਇਸ ਨਾਲ ਹੀ ਜਿਸ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਹੈ, ਕੋਈ ਬਾਲਕ ਹੈ, ਅਪਰਾਧ ਕਰਨ ਤੋਂ ਬਾਅਦ ਉਹਦੀ ਗ੍ਰਿਫਤਾਰੀ ਦੀ ਕੀ ਪ੍ਰਕਿਰਿਆ ਹੈ? ਜਿਹੜਾ ਜੁਵੈਨਾਈਲ ਐਕਟ ਦੇ ਵਿੱਚ ਅਸੀਂ ਕਿਸੇ ਬਾਲ ਅਪਰਾਧੀ ਨੂੰ ਲੈਣਾ ਹੈ ਜੀ ਤੇ ਉਹਨੂੰ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ। ਉਹਦੇ ਲਈ ਇੱਕ ਸਪੈਸ਼ਲ ਜਿਹੜਾ ਪ੍ਰੋਸੀਜਰ ਬਣਾਇਆ ਗਿਆ ਹੈ, ਉਸ ਨੂੰ ਤੁਸੀਂ ਐਪਰੀਹੈਂਡ ਕਰਨਾ ਹੈ। ਐਪਰੀਹੈਂਡ ਔਰ ਅਰੈਸਟ ਦੇ ਵਿੱਚ ਮਾਈਨਰ ਜਿਹਾ ਡਿਫਰੈਂਸ ਹੁੰਦਾ ਹੈ ਜੀ। ਮੈਂ ਆਪਣੇ ਦੇਖਣ ਵਾਲਿਆਂ ਨੂੰ, ਆਪਣੇ ਦੂਰਦਰਸ਼ਨ ਤੇ ਜਿਹੜੇ ਵੀ ਮੈਨੂੰ ਦੇਖ ਰਹੇ ਆ, ਜ਼ਰੂਰ ਮੈਂ ਦੱਸਾਂਗਾ ਜੀ ਕਿ ਅਰੈਸਟ ਔਰ ਐਪਰੀਹੈਂਸ਼ਨ ਦਾ ਫਰਕ ਇਹ ਹੋ ਗਿਆ ਕਿ ਤੁਸੀਂ ਕਿਸੇ ਨੂੰ ਰੋਕ ਲਿਆ
ਤੁਸੀਂ ਰੋਕ ਕੇ ਉਹਨੂੰ ਜਿਹੜਾ ਅਥਾਰਟੀ ਕੰਸਰਨਡ ਹੈ ਉਹਨੂੰ ਤੁਸੀਂ ਉਹਦੇ ਅੱਗੇ ਪੇਸ਼ ਕਰਨਾ ਹੈ। ਉਹਨਾਂ ਨੇ ਇੱਕ ਇਨਕੁਆਇਰੀ ਕਰਨੀ ਹੈ, ਪ੍ਰੀਲਿਮਿਨਰੀ ਇਨਕੁਆਇਰੀ ਤੋਂ ਬਾਅਦ ਉਹਨਾਂ ਨੇ ਜੇਲ੍ਹ ਭੇਜਣ ਦੀ ਬਜਾਏ ਇੱਕ ਜਿਹੜਾ ਹੈਗਾ ਓਫੈਂਡਰ ਜਿਹੜਾ ਆਬਜ਼ਰਵੇਸ਼ਨ ਹੋਮ ਹੈ ਇਹਨਾਂ ਵਾਸਤੇ, ਜਿਹਨੂੰ ਆਪਾਂ ਸੁਧਾਰ ਗ੍ਰਹਿ ਵੀ ਕਹਿ ਸਕਦੇ ਹਾਂ, ਇੱਕ ਜੇਲ੍ਹ ਤੋਂ ਅਲੱਗ ਮਾਹੌਲ ਦਿੱਤਾ ਜਾਂਦਾ ਹੈ, ਉੱਥੇ ਭੇਜਿਆ ਜਾਏਗਾ। ਬਟ ਅਰੈਸਟ ਜਿਹੜਾ ਹੈ ਟੋਟਲੀ ਡਿਫਰੈਂਟ ਹੈ। ਉਹਦੇ ਵਿੱਚ ਅਗਰ ਜੁਵੈਨਾਈਲ ਤੋਂ ਉਮਰ ਵੱਡੀ ਹੈ ਉਹਦੀ, ਤੇ ਉਹਨੂੰ ਅਰੈਸਟ ਕਰਨਾ ਹੈ, ਅਰੈਸਟ ਇਮੀਡੀਏਟਲੀ ਪਾਈ ਜਾਏਗੀ। ਉਹਦੀ ਜਿਹੜੀ ਹੈ ਪੁਲਿਸ ਰਿਮਾਂਡ ਵੀ ਲਿੱਤਾ ਜਾ ਸਕਦਾ ਹੈ। ਜੁਵੈਨਾਈਲ ਕੇਸ ਦੇ ਵਿੱਚ ਕੋਈ ਪੁਲਿਸ ਰਿਮਾਂਡ ਵੀ ਨਹੀਂ ਲਿੱਤਾ ਜਾ ਸਕਦਾ ਔਰ ਨਾ ਹੀ ਉਹਨੂੰ ਟਾਰਚਰ ਕੀਤਾ ਜਾ ਸਕਦਾ ਜੀ। ਜੀ, ਇਸ ਦੇ ਨਾਲ ਇਹ ਵੀ ਦੱਸਿਆ ਜਾਵੇ, ਜੇ ਕਿਸੇ ਬਾਲਕ ਨੂੰ ਜਾਂ ਕਿਸੇ ਬੱਚੇ ਨੂੰ ਅਸੀਂ ਦੋਸ਼ੀ ਠਹਿਰਾਣਾ ਹੈ, ਉਹਦੀ ਉਮਰ ਤੇ ਉਹਦੀ ਮਾਨਸਿਕਤਾ, ਉਹਦੇ ਇਰਾਦੇ, ਇਹ ਜ਼ਰੂਰੀ ਹੈ ਪਤਾ ਕਰਨੇ ਕਿ ਉਸ ਦੇ ਪਿੱਛੇ ਇਰਾਦਾ ਸੀਗਾ ਕੋਈ ਆਫੈਂਸ ਕਰਨ ਦੇ। ਮੁਸਕਾਨ ਨੇ ਬਹੁਤ ਵਧੀਆ ਬੇਸਿਕਲੀ ਜਿਹੜਾ ਇਹ ਸਿਸਟਮ ਹੈ ਇਹ ਰੀਸੈਂਟਲੀ ਡਿਫਰੈਂਟ ਜਜਮੈਂਟਸ ਦੇ ਵਿੱਚ ਇਹ ਹੌਲੀ ਕਾਫੀ ਅੱਛਾ ਡਿਵੈਲਪ ਹੋਇਆ ਹੈ। ਹਾਂਜੀ, ਇਹਦੇ ਲਈ ਅਮੈਂਡਮੈਂਟਸ ਵੀ ਹੋਈਆਂ, ਬਟ ਇਹਦੇ ਲਈ ਦੋ ਜਿਹੜੇ ਕੇਸਿਸ ਸੀਗੇ, ਇੱਕ ਜਿਹੜਾ ਨਿਰਭਇਆ ਕੇਸ ਸੀਗਾ ਦਿੱਲੀ ਦਾ, ਔਰ ਇੱਕ ਜਿਹੜਾ ਕਠੂਆ ਜਿਹੜਾ ਕੇਸ ਸੀਗਾ ਜੀ, ਜਿਹਦੇ ਵਿੱਚ ਬੜਾ ਹੀਨੀਅਸ ਕ੍ਰਾਈਮ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਆਪਣਾ ਬੜੀ ਛੋਟੀ ਏਜ ਦੀ ਲੜਕੀ ਸੀ ਔਰ ਪਲੱਸ ਕਿਹਾ ਹੈ ਕਿ ਉਹਦੇ ਨਾਲ ਕਾਫੀ ਲੜਕਿਆਂ ਨਾਲ ਜ਼ਬਰਦਸਤੀ ਹੋਈ ਸੀ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਆਇਆ ਸੀ। ਸਾਰਾ ਆਲ ਓਵਰ ਇੰਡੀਆ ਦੇ ਵਿੱਚ ਇਹਦਾ ਵਿਰੋਧਤਾ ਹੋਈ ਸੀ ਤੇ ਫਿਰ ਕਾਨੂੰਨ ਦੇ ਵਿੱਚ ਕੁਝ ਅਮੈਂਡਮੈਂਟਸ ਆਈਆਂ। ਹਾਂਜੀ, ਉਹਦੇ ਵਿੱਚ ਇੱਕ ਡਿਫਰੈਂਸ਼ੀਏਟ ਕੀਤਾ ਗਿਆ ਕਿ ਅਗਰ ਕੋਈ ਹੈਬਿਚੁਅਲ ਕ੍ਰਿਮੀਨਲ ਹੈ, ਪਹਿਲਾਂ ਵੀ ਉਹਨੇ ਕਾਫੀ ਕੇਸਿਸ ਜਿਹੜੇ ਹੈਗੇ ਕੋਈ ਹੋਰ ਅਲੱਗ-ਅਲੱਗ ਤਰ੍ਹਾਂ ਦੇ ਕਰ ਰੱਖਿਆ, ਫਿਰ ਹੁਣ ਅਲਟੀਮੇਟਲੀ ਉਸਨੇ ਫਿਜ਼ੀਕਲ ਅਸੌਲਟ ਨਾਲ ਰਿਲੇਟਡ ਕੋਈ ਕੇਸ ਕਰ ਲਿਆ ਜਾਂ ਕੋਈ ਮਰਡਰ ਕੇਸ ਹੈ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਸੀਨੀਅਸ ਕ੍ਰਾਈਮਸ ਜਿਹੜੇ ਆਪਾਂ ਸੋਸਾਇਟੀ ਵਿੱਚ ਉਹਨੂੰ ਆਪਾਂ ਮੰਨ ਕੇ ਚੱਲਦੇ ਹਾਂ, ਇਸ ਤਰ੍ਹਾਂ ਦੇ ਅਗਰ ਕੋਈ ਕੇਸਿਸ ਹੈਗੇ ਆ ਤਾਂ ਉਹਦੀ ਇੰਟੈਂਸ਼ਨ ਜਿਹੜੀ ਹੈਗੀ ਜੁਵੈਨਾਈਲ ਬੋਰਡ ਨੇ ਪਹਿਲਾਂ ਦੇਖਣੀ ਹੈ। ਉਹਨਾਂ ਨੇ ਇੱਕ ਪ੍ਰੀਲਿਮਿਨਰੀ ਇਨਕੁਆਇਰੀ ਕਰਕੇ ਫਿਰ ਉਹਨੇ ਹੋਲਡ ਕਰਨਾ ਕਿ ਕਿਆ ਇਹ ਜੁਵੈਨਾਈਲ ਦੀ ਕੈਟਾਗਰੀ 'ਚ ਆਪਾਂ ਇਹਨੂੰ ਲਵਾਂਗੇ ਜਾਂ ਇਹਨੂੰ ਜਿਹੜਾ ਹੈਗਾ ਹੀ ਸ਼ੁੱਡ ਬੀ ਟ੍ਰੀਟਡ ਲਾਈਕ ਏ ਅਡਲਟ ਦੀ ਤਰ੍ਹਾਂ। ਉਹਦੇ ਲਈ ਫਿਰ ਕਾਨੂੰਨ ਉਹੀ ਰਹਿਣਗੇ ਜੁਵੈਨਾਈਲ ਜਸਟਿਸ ਐਕਟ ਦੇ ਮੁਤਾਬਕ, ਉਹਦੇ ਤੇ ਕੋਈ ਕਾਨੂੰਨ ਦੇ ਮੁਤਾਬਕ ਜਿਹੜੀ ਹੈਗਾ ਉਹਦਾ ਟ੍ਰਾਇਲ ਨਹੀਂ ਚੱਲੇਗਾ ਜੀ। ਇਸ ਦੇ ਨਾਲ ਹੀ ਇਹ ਵੀ ਗੱਲ ਕਰੀਏ ਕਿ ਕੋਈ ਅਪਰਾਧ ਕਿਸੇ ਬਾਲਕ ਦੁਆਰਾ ਘਿਨਾਉਣਾ ਹੈ ਜਾਂ ਕਿਸੇ ਬਾਲਕ ਦੇ ਉੱਤੇ ਕਿਸੇ ਮਤਲਬ 18 वर्ष तो ਵੱਡੇ ਵਿਅਕਤੀ ਨੇ ਜੇ ਕੀਤਾ ਉਹ ਜ਼ਿਆਦਾ ਘਿਨਾਉਣਾ ਹੈ। ਅਗਰ ਡਿਫਰੈਂਸ਼ੀਏਟ ਕਰਨਾ ਬੜਾ ਹੀ ਥੋੜਾ ਔਖਾ ਹੈ, ਬਟ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਜਿਹੜਾ 18 ਸਾਲ ਤੋਂ ਉੱਪਰ ਹੈ ਜੀ ਔਰ ਉਹ ਨੌਲੇਜ ਆਫ ਫੈਕਟਸ ਜਾਣਦਾ ਹੈ ਕਿ ਵੀ ਮੈਂ ਜੋ ਕਰ ਰਿਹਾ ਉਸ ਦਾ ਮਤਲਬ ਕੀ ਹੈ, ਉਸ ਦਾ ਪ੍ਰਭਾਵ ਕੀ ਰਹੇਗਾ, तो डेफिनेटली मैं कहांगा कि ਉਹਦੇ ਜਿਹਦੇ ਅਗੇਂਸਟ ਉਹ ਅਫੈਂਸ ਕੀਤਾ ਗਿਆ ਉਹ ਬੱਚਾ ਹੈ ਜੇ, ਚਾਹੇ ਉਹ ਲੜਕਾ ਹੈ ਚਾਹੇ ਲੜਕੀ ਹੈ, ਬਟ ਉਹਦੀ ਏਜ ਜਿਹੜੀ ਹੈਗੀ ਮੰਨ ਲਓ ਕਿ 6 ਸਾਲ 8 ਸਾਲ 10 ਸਾਲ 12 ਸਾਲ 14 ਸਾਲ ਹੈ, ਤੁਸੀਂ ਉਹਦੇ ਅਗੇਂਸਟ ਜਦੋਂ ਕ੍ਰਾਈਮ ਕੀਤਾ ਹੈ ਹਾਂਜੀ ਦੈਟ ਇਜ਼ ਮੋਰ ਸੀਰੀਅਸ ਅਫੈਂਸ ਦੈਨ ਦ ਅਦਰਸ। ਇਸ ਕਰਕੇ ਵੀ ਮੈਂ ਕਹਾਂਗਾ ਕਿਉਂਕਿ ਉਹ ਬੱਚਾ ਅਜੇ ਉਹਨੇ ਸੋਸਾਇਟੀ 'ਚ ਡਿਵੈਲਪ ਹੋਣਾ ਹੈ, ਸਕੂਲਿੰਗ ਹੋਣੀ ਹੈ, ਉਹ ਫੈਮਿਲੀ 'ਚ ਉਹਨੇ ਡਿਵੈਲਪ ਹੋਣਾ ਹੈ। ਉਸ ਬੱਚੀ ਜਾਂ ਬੱਚੇ ਦੇ ਨਾਲ ਜੋ ਅਪਰਾਧ ਕੀਤਾ ਗਿਆ ਉਹ ਮਾਨਸਿਕ ਤੌਰ ਤੇ ਉਹਨੂੰ ਪ੍ਰਤਾੜਿਤ ਹੋ ਗਿਆ, ਉਹਨੇ ਉਹਦੀ ਸਕੂਲਿੰਗ, ਉਹਦੀ ਜਿਹੜੀ ਕਾਲਜ ਲਾਈਫ, ਉਹਦੀ ਜਿਹੜੀ ਐਜੂਕੇਸ਼ਨ ਹੈ ਉਹ ਸਾਰੀ ਡਿਸਟਰਬ ਹੋ ਗਈ ਹੈ, ਉਹਦੀ ਫੈਮਿਲੀ ਲਾਈਫ ਵੀ ਡਿਸਟਰਬ ਹੋ ਗਈ ਹੈ, ਇਨ ਫਿਊਚਰ ਉਹਦੀ ਮੈਰਿਟਲ ਲਾਈਫ ਵੀ ਡਿਸਟਰਬ ਹੋ ਗਈ ਹੈ। ਤਾਂ ਕਿਤੇ ਨਾ ਕਿਤੇ ਉਹ ਮੈਡੀਕਲੀ ਜਾਂ ਫਿਜ਼ੀਕਲੀ ਜਾਂ ਮੈਂਟਲੀ ਉਹਦੇ ਦਿਮਾਗ ਦੇ ਵਿੱਚ ਉਹ ਜਿਹੜਾ ਹੈਗਾ ਸਾਲੋਂ ਸਾਲ ਉਹ ਅਪਰਾਧ ਨਹੀਂ ਨਿਕਲਦਾ। ਹਾਂਜੀ, ਤਾਂ ਇੱਕ ਬੱਚੇ ਵਿਰੁੱਧ ਜਿਹੜਾ ਆਫੈਂਸ ਹੈਗਾ ਉਹ ਮੋਰ ਸੀਰੀਅਸ ਆਫੈਂਸ ਮੈਂ ਕੰਸੀਡਰ ਕਰਕੇ ਚੱਲਦਾ ਜੀ। ਇਸ ਨਾਲ ਹੀ ਜੇ ਗੱਲ ਕਰੀਏ, ਸਰਕਾਰ ਨੇ ਬਹੁਤ ਸਾਰੀਆਂ ਮੁਆਵਜ਼ਾ ਸਕੀਮਾਂ ਸ਼ੁਰੂ ਕੀਤੀਆਂ ਹੈ ਤੇ ਸਾਡੇ ਬਹੁਤ ਸਾਰੀਆਂ ਸੌਂਦਾਂ ਤੇ ਅਮੈਂਡਮੈਂਟਸ ਵੀ ਆਈਆਂ ਨੇ ਕ੍ਰਿਮੀਨਲ ਪ੍ਰੋਸੀਜਰ ਦੇ ਅੰਦਰ, ਤੇ ਉਹ ਕਿਹੜੀਆਂ ਸਕੀਮਾਂ ਨੇ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਜੇ ਕੋਈ ਪੀੜਤ ਹੈ ਤੇ ਉਹ ਕਿੱਥੇ ਜਾ ਕੇ ਦਰਵਾਜ਼ਾ ਖਟਖਟਾਏ ਤੇ ਇਹ ਸਕੀਮਾਂ ਦਾ ਭਰਪੂਰ ਫਾਇਦਾ ਚੱਕ ਸਕੇ? ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਹੜੇ ਆਫੈਂਸਿਸ ਲੜਕੀਆਂ ਜਾਂ ਲੜਕਿਆਂ ਦੇ ਵਿਰੁੱਧ ਜਿਹੜੇ 18 ਸਾਲ ਤੋਂ ਥੱਲੇ ਹੈ ਵਿਰੁੱਧ ਕੀਤੇ ਗਏ, ਜਿਹੜਾ ਆਫੈਂਡਰ ਹੈ ਉਹਦੇ ਅਗੇਂਸਟ ਜਿਹੜਾ ਪੋਕਸੋ ਪ੍ਰੀਵੈਂਸ਼ਨ ਆਫ ਚਿਲਡਰਨ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਆਫੈਂਸਿਸ ਐਕਟ 2012 ਇਹ ਹੋਂਦ ਵਿੱਚ ਲਿਆਇਆ ਗਿਆ। ਇਹ ਇੱਕ ਕਾਫੀ ਸਟ੍ਰਿੰਜੈਂਟ ਲਾਅ ਲਿਆ ਕੇ ਇੰਟਰੋਡਿਊਸ ਕੀਤਾ ਗਿਆ ਔਰ ਇਹ ਜਦੋਂ ਕਾਨੂੰਨ ਆਇਆ ਇਹਦੇ ਵਿੱਚ ਇਹ ਦੇਖਿਆ ਗਿਆ ਕਿ ਵੀ ਜਾਂ ਤਾਂ ਵਿਕਟਿਮਸ ਦੇ ਉੱਤੇ
ਪ੍ਰਭਾਵ ਪਾ ਕੇ ਜਾਂ ਪੈਸੇ ਦਾ ਪ੍ਰਭਾਵ ਪਾ ਕੇ ਜਾਂ ਪੋਲੀਟੀਕਲ ਪ੍ਰਭਾਵ ਪਾ ਕੇ ਜਾਂ ਸਿਆਸੀ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਹੈ, ਉਹਨੂੰ ਬਿਠਾ ਕੇ ਉਹਦਾ ਰਾਜੀਨਾਮਾ ਕਰਵਾ ਕੇ ਉਹਨੂੰ ਹੋਸਟਾਈਲ ਕਰਵਾ ਦਿੱਤਾ ਜਾਂਦਾ ਸੀ। ਹਾਂਜੀ। ਜਾਂ ਡਰਾ ਧਮਕਾ ਕੇ ਜਾਂ ਮਰਵਾ ਵੀ ਦਿੱਤਾ ਜਾਂਦਾ ਸੀ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਟਾਈਮ ਟੂ ਟਾਈਮ ਗੌਰਮੈਂਟ ਨੂੰ ਇਹ ਚੀਜ਼ਾਂ ਮਹਿਸੂਸ ਹੋਈਆਂ ਕਿ ਉਹ ਆਪਾਂ ਜਿਹੜਾ ਇੱਕ ਰੇਟ ਆਫ ਕਨਵਿਕਸ਼ਨ ਹੈ ਉਹਨੂੰ ਵਧਾਉਣ ਲਈ, ਤਾਂ ਕਿ ਸੱਚ ਸਾਹਮਣੇ ਲੋਕਾਂ ਦੇ ਸਾਹਮਣੇ ਆ ਸਕੇ, ਦੋਸ਼ੀਆਂ ਦਾ ਜਿਹੜਾ ਕੰਮ ਗਲਤ ਕੀਤਾ ਹੋਇਆ ਅਦਾਲਤ ਵਿੱਚ ਉਹਨੂੰ ਲਿਆ ਕੇ ਉਹਨੂੰ ਪ੍ਰੂਵ ਕੀਤਾ ਜਾ ਸਕੇ, ਉਹਦੇ ਲਈ ਇੱਕ ਵਿਕਟਿਮ ਕੰਪਨਸੇਸ਼ਨ ਜਿਹੜੀ ਆ ਸਕੀਮ ਅਗੇਂਸਟ ਫਾਰ ਵੂਮਨ ਐਂਡ ਸਰਵਾਈਵਰਸ ਆਫ ਸੈਕਸੁਅਲ ਅਸੌਲਟ ਜੀ ਐਂਡ ਅਦਰਸ ਕ੍ਰਾਈਮਸ 2018 ਜਿਹੜੀ ਹੈ ਇਹ ਹੋਂਦ ਵਿੱਚ ਲਿਆਈ ਗਈ। ਮੈਂ ਇਸ ਦੇ ਵਿੱਚ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਬੇਸਿਕਲੀ ਇੱਕ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਰਿਟ ਪਟੀਸ਼ਨ ਨੰਬਰ 565 ਆਫ 2012 ਸੀ ਨਿਪੁੰਨ ਸਕਸੇਨਾ ਬਨਾਮ ਯੂਨੀਅਨ ਆਫ ਇੰਡੀਆ ਜੀ। ਇਹਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਕਿ ਇੱਕ ਸੈਟਅਪ ਬਣਾਇਆ ਜਾਵੇ ਜਿਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਿਕਟਿਮਸ ਹੈ ਹਾਂਜੀ ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ, ਉਹਨਾਂ ਨੂੰ ਕੰਪਨਸੇਟ ਕਰਕੇ ਉਹਨਾਂ ਨੂੰ ਮੋਨੇਟਰੀ ਇੰਟਰਨਮ ਰਿਲੀਫ ਵੀ ਦਿੱਤੀ ਜਾਵੇ ਔਰ ਪਲੱਸ ਫਾਈਨਲ ਰਿਲੀਫ ਵੀ ਦਿੱਤੀ ਜਾਵੇ, ਕਿਉਂਕਿ ਇਦਾਂ ਦੇ ਜਿਹੜੇ ਅਸੌਲਟ ਜਿਨ੍ਹਾਂ ਦੇ ਵਿਰੁੱਧ ਹੋਇਆ ਉਹ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਵੀ ਜ਼ਰੂਰਤ ਹੈ, ਉਹਨਾਂ ਨੂੰ ਰੀਹੈਬਿਲਿਟੇਸ਼ਨ ਦੀ ਵੀ ਜ਼ਰੂਰਤ ਹੈ। ਉਸ ਲਈ ਕੰਪਨਸੇਸ਼ਨ ਜਿਹੜੀ ਹੈ ਪ੍ਰੋਵੀਜ਼ਨ ਲਿਆਂਦੀ ਗਈ ਔਰ ਇਹਦੇ ਵਿੱਚ ਪ੍ਰੋਵੀਜ਼ਨ ਬੇਸਿਕਲੀ ਸੈਕਸੁਅਲ ਆਫੈਂਸਿਸ ਜਿਹੜੇ ਹੋਏ ਅਗੇਂਸਟ ਗਰਲਸ, ਵੂਮਨ ਐਂਡ ਦ ਵੂਮਨ ਜਿਹੜੇ ਕਿ ਬੇਸਿਕਲੀ ਜਿਨ੍ਹਾਂ ਦੇ ਐਸਿਡ ਅਟੈਕਸ ਬਹੁਤ ਉਹ ਵੀ ਹੋਂਦ ਵਿੱਚ ਆਏ, ਜਿਨ੍ਹਾਂ ਨੂੰ ਰੀਹੈਬਿਲਿਟੇਟ ਕਰਨਾ ਬਹੁਤ ਡਿਫਿਕਲਟ ਜੌਬ ਹੁੰਦੀ ਸੀ, ਉਹਨਾਂ ਲਈ ਇਹ ਜਿਹੜਾ ਹੈਗਾ ਕੰਪਨਸੇਸ਼ਨ ਦੀ ਹੋਂਦ ਇੱਕ ਲਿਆਈ ਗਈ, ਜਿਹਦੇ ਵਿੱਚ ਤੁਸੀਂ ਜਿਹੜਾ ਹੈਗਾ ਲਿਆ ਕੇ ਇਹਨਾਂ ਕਨਵਿਕਸ਼ਨ ਰੇਟ ਦੇ ਵਿੱਚ ਮੈਂ ਕਹਿ ਸਕਦਾ ਕਿ ਵੀ ਵਾਧਾ ਕਰਵਾਉਣ ਦੇ ਵਿੱਚ ਜ਼ਰੂਰ ਇਹਦੇ ਉਪਰਾਲੇ ਜਿਹੜੇ ਹੈਗੇ ਬੈਨੀਫਿਟ ਮਿਲੇ ਜੀ। ਤੇ ਇਸ ਦੇ ਨਾਲ ਹੀ ਇਹਦੀ ਜੇ ਅਸੀਂ ਕੰਪਨਸੇਸ਼ਨ ਲੈਣੀ ਹੈ, ਮੁਆਵਜ਼ਾ ਲੈਣਾ ਹੈ, ਤੇ ਕਿੱਥੇ ਜਾਣਾ ਪਏਗਾ ਇਹਦੇ ਵਾਸਤੇ? ਇਹਦੇ ਲਈ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੀ ਸੰਬੰਧਤ ਜਿਹੜਾ ਡਿਸਟ੍ਰਿਕਟ ਹੋਏਗਾ, ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਸੰਬੰਧਤ ਜਿਹੜੇ ਉੱਥੇ ਜਾ ਸਕਦੇ ਆ ਜੀ। ਅਗਰ ਸਬ ਡਿਵੀਜ਼ਨ ਹੈ ਤਾਂ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਹੁੰਦਾ ਹੈ ਜੀ, ਜੱਜ ਸਾਹਿਬ, ਉਹਨਾਂ ਦੀ ਅਦਾਲਤ ਵਿੱਚ ਜਾਇਆ ਜਾ ਸਕਦਾ ਹੈ। CGM DLSA ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਉੱਥੇ ਜਾਇਆ ਜਾ ਸਕਦਾ ਹੈ। ਹਾਂਜੀ। ਚੇਅਰਮੈਨ ਲੀਗਲ ਸਰਵਿਸਿਜ਼ ਅਥਾਰਟੀ ਜਿਹੜਾ ਡਿਸਟ੍ਰਿਕਟ ਜੱਜ ਸਾਹਿਬ ਹੁੰਦੇ ਆ ਉਹਨਾਂ ਕੋਲ ਜਾਇਆ ਜਾ ਸਕਦਾ। ਇੱਕ ਐਪਲੀਕੇਸ਼ਨ ਸਿੰਪਲੀ ਤੌਰ ਤੇ ਉਹਨਾਂ ਨੇ ਹੀ ਤੁਹਾਨੂੰ ਫਾਰਮ ਦੇ ਦੇਣਾ, ਤੁਸੀਂ ਫਿਲ ਕਰਨਾ, ਸਾਈਨ ਕਰਨਾ, ਆਪਣੀ ਸਾਰੀ FIR ਦੀ ਕਾਪੀ ਨਾਲ ਲਗਾਣੀ ਹੈ ਜਾਂ ਜੋ ਵੀ ਹੋਇਆ, ਤੇ ਉਹਦੇ ਬੇਸਿਸ ਦੇ ਉੱਤੇ ਤੁਹਾਨੂੰ ਜਿਹੜਾ ਵਿਕਟਿਮ ਕੰਪਨਸੇਸ਼ਨ ਹੈਗਾ ਉਹ ਨਾਲ ਇੰਟਰਮ ਪਲੱਸ ਫਾਈਨਲ ਡਿਸਾਈਡ ਕੀਤਾ ਜਾਏਗਾ। ਜੀ ਦੋਸਤੋ, ਇਹ ਬਹੁਤ ਹੀ ਜ਼ਰੂਰੀ ਚੀਜ਼ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਨੂੰ ਮੁਆਵਜ਼ਾ ਲੈਣਾ ਹੈ ਤਾਂ ਉਹਦੇ ਲਈ ਤੁਸੀਂ ਇਹਨਾਂ ਦੇ ਦੱਸੇ ਗਏ ਸਾਰੀਆਂ ਅਥਾਰਟੀਆਂ ਦੇ ਅੰਦਰ ਜਾ ਸਕਦੇ ਹੋ। ਸਪੈਸ਼ਲੀ ਤੁਸੀਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਅੰਡਰ ਵੀ ਜਾ ਸਕਦੇ ਹੋ ਤੇ ਉੱਥੇ ਤੁਹਾਨੂੰ ਵਕੀਲ ਵੀ ਮਿਲ ਸਕਦਾ ਹੈ ਤੇ ਮੁਆਵਜ਼ਾ ਵੀ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸਰ ਮੈਂ ਤੁਹਾਨੂੰ ਪੁੱਛਦੀ ਹਾਂ ਗਵਾਹਾਂ ਦੇ ਬਾਰੇ। ਇੱਦਾਂ ਦੇ ਕੇਸਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਗਵਾਹਾਂ ਨੂੰ ਧਮਕਾਇਆ ਜਾਂਦਾ ਹੈ, ਡਰਾਇਆ ਜਾਂਦਾ ਹੈ, ਤੇ ਉਹਦੇ ਲਈ ਸਾਡੇ ਕਾਨੂੰਨ ਦੇ ਵਿੱਚ ਕੋਈ ਇੱਦਾਂ ਦੀ ਪ੍ਰਕਿਰਿਆ ਜਿਹਦੇ ਵਿੱਚ ਉਹਨਾਂ ਨੂੰ ਦੋਸ਼ੀ ਦੇ ਨਾਲ ਖੜੇ ਹੋ ਕੇ ਗਵਾਹੀ ਨਾ ਦੇਣੀ ਪੈ ਸਕੇ, ਇੱਦਾਂ ਦੇ ਕੋਈ ਕਾਨੂੰਨ ਹੈਗੇ ਨੇ? ਬਿਲਕੁਲ ਮੁਸਕਾਨ, ਇਹ 2018 ਦੇ ਵਿੱਚ ਇਹ ਵੀ ਸਕੀਮ ਲਿਆਂਦੀ ਗਈ ਜੀ, ਜਿਹਦੇ ਵਿੱਚ ਪ੍ਰੋਟੈਕਸ਼ਨ ਆਫ ਵਿਟਨੈਸਿਸ ਇਨ ਸੱਚ ਲਾਈਕ ਆਫੈਂਸਿਸ ਜਿਹੜਾ ਹੈਗਾ 2018 ਦੇ ਵਿੱਚ ਬਿੱਲ ਇੰਟਰੋਡਿਊਸ ਹੋਇਆ, ਪਾਸ ਹੋ ਗਿਆ। ਹਾਂਜੀ। ਜਿਸ ਦੇ ਵਿੱਚ ਬੇਸਿਕਲੀ ਜਿਹੜੇ ਕਿ ਬਹੁਤ ਸੀਰੀਅਸ ਆਫੈਂਸਿਸ ਜਸਟ ਲਾਈਕ ਆਪਾਂ ਜਿਹੜੇ ਡਿਸਕਸ ਕਰ ਰਹੇ ਹਾਂ ਇਸ ਤਰ੍ਹਾਂ ਦੇ, ਜਾਂ ਜਿਹੜੇ ਹਾਈਲਾਈਟਡ ਮੈਟਰਸ ਹੁੰਦੇ ਆ ਇਸ ਤਰ੍ਹਾਂ ਦੇ ਕੇਸਿਸ ਜਿਹਦੇ ਵਿੱਚ ਇੱਕ ਸਾਈਡ ਤੇ ਮੰਨ ਲਓ ਕਿ ਕੋਈ ਇਨਫਲੂਐਂਸ਼ੀਅਲ ਬਿਜ਼ਨਸਮੈਨ ਹੈ, ਪੋਲੀਟੀਸ਼ੀਅਨ ਹੈ, ਕੋਈ ਗੁੰਡੇ ਮਵਾਲੀ ਜਿਹੜੇ ਕਿ ਬੇਸਿਕਲੀ ਉਹਨਾਂ ਦਾ ਪ੍ਰਭਾਵ ਹਰ ਪ੍ਰਸ਼ਾਸਨ ਦੇ ਹਰ ਜਗ੍ਹਾ ਹੈ, ਜਾਂ ਉਹ ਕਿਸੇ ਤਰੀਕੇ ਨਾਲ ਵੀ ਜਿਹੜੇ ਗਵਾਹ ਹੈਗੇ ਆ, ਕਿਉਂਕਿ ਸਾਰਾ ਕੇਸ ਜਿਹੜਾ ਹੈ ਉਹ ਗਵਾਹਾਂ ਦੀ ਸਟੇਟਮੈਂਟ ਦੇ ਉੱਤੇ ਹੀ ਡਿਪੈਂਡ ਕਰਦਾ, ਜਿਹਦੇ ਬੇਸਿਸ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਆਪਾਂ ਕਨਵਿਕਟ ਕਰ ਸਕਦੇ ਹਾਂ ਜੀ। ਤਾਂ ਇਦਾਂ ਦੇ ਨੰਬਰ ਆਫ ਕੇਸਿਸ ਰਹੇ ਹੈ ਔਰ ਇੰਡੀਆ ਦੇ ਵਿੱਚ ਜਿਹੜੇ ਹੈ ਦੇਖੇ ਗਏ ਕਿ ਵੀ ਬੜੇ ਇਨਫਲੂਐਂਸ਼ੀਅਲ ਜਿਹੜੇ ਅਕਿਊਜ਼ ਸੀਗੇ ਉਹਨਾਂ ਦੇ ਖਿਲਾਫ ਅਗਰ 20 ਆਈ ਵਿਟਨੈਸ ਹੈ ਉਹਨਾਂ ਵਿੱਚੋਂ 8-8 10-10 ਜਿਹੜੇ ਐਲੀਮੀਨੇਟ ਹੋ ਗਏ ਡਿਊਰਿੰਗ ਟ੍ਰਾਇਲ। ਹਾਂਜੀ। ਗਵਾਹੀਆਂ ਉਹਨਾਂ ਦੀਆਂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਹੋਸਟਾਈਲ ਕਰਵਾ ਦਿੱਤਾ ਗਿਆ ਪ੍ਰੈਸ਼ਰ ਪਾ ਕੇ। ਤੋ ਇਸ ਤਰ੍ਹਾਂ ਦੇ ਅਗਰ ਕੋਈ ਕੇਸਿਸ ਹੈਗੇ ਆ ਤੇ ਉਹਨਾਂ ਦੇ ਵਿੱਚ 2018 ਦੇ ਵਿੱਚ ਗਵਰਨਮੈਂਟ ਨੇ ਸਕੀਮ ਇੰਟਰੋਡਿਊਸ ਕੀਤੀ, ਜਿਹਦੇ ਵਿੱਚ ਅਗਰ ਕੋਈ ਵਿਕਟਿਮਸ ਹੈ ਜਾਂ ਵਿਟਨੈਸਿਸ ਹੈ ਜਿਨ੍ਹਾਂ ਨੂੰ ਲਾਈਫ ਥ੍ਰੈਟ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਹੈ ਜਿਹਦੇ ਕਰਕੇ ਕਿ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਦੀ ਜ਼ਰੂਰਤ ਹੈ, ਤਾਂ ਉਸ ਕੇਸਿਸ ਦੇ ਵਿੱਚ ਉਹਨਾਂ ਕੋਲ ਰਾਈਟ ਹੈ ਕਿ ਉਹ ਆਪਣੇ ਜੱਜ ਸਾਹਿਬ ਕੋਲ ਜਾ ਕੇ ਇੱਕ ਐਪਲੀਕੇਸ਼ਨ ਦੇਣਗੇ, ਜਿਹੜੇ ਕਿ ਜਾਂ ਤਾਂ ਉਹ ਫੇਸ ਨਹੀਂ ਕਰਨਾ ਚਾਹੁੰਦੇ ਹਾਂਜੀ, ਤੇ ਉਹਨਾਂ ਵੱਲੋਂ ਵੀ ਉਹ ਚੀਜ਼ ਜਿਹੜੀ ਹੈਗੀ ਹੈ ਐਪਲੀਕੇਸ਼ਨ ਦੇ ਵਿੱਚ ਲਿਖਾਇਆ ਜਾ ਸਕਦਾ ਹੈ ਕਿ ਵੀ ਮੇਰੀ ਗੈਰ ਹਾਜ਼ਰੀ, ਅਕਿਊਜ਼ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਬਿਆਨ ਦਰਜ ਕੀਤਾ ਜਾਵੇ। ਹਾਂਜੀ।
ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਦੀ ਆਵਾਜ਼ ਟਿਊਟਰ ਕਰਕੇ ਚੇਂਜ ਕਰਕੇ ਜੋ ਅੱਜ ਕੱਲ੍ਹ ਮਾਡਰਨ ਟੈਕਨੋਲੋਜੀ ਹੈਗੀ ਹੈ ਉਹਦੇ ਅਕੋਰਡਿੰਗਲੀ ਜਿਹੜੀ ਹੈਗੀ ਹੈ ਕਾਲੇ ਸ਼ੀਸ਼ੇ ਦੇ ਅੰਦਰ ਹੋ ਕੇ ਦੂਸਰੇ ਕਮਰੇ ਦੇ ਵਿੱਚ ਹੋ ਕੇ ਉਹਨਾਂ ਦੀ ਐਵੀਡੈਂਸ ਰਿਕਾਰਡ ਕਰਨਾ ਚਾਹੁੰਦੇ ਆ, ਉਸ ਤਰ੍ਹਾਂ ਵੀ ਹੋ ਸਕਦੀ ਹੈ ਜੀ। ਜਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਅਬਰੋਡ ਆਊਟ ਆਫ ਕੰਟਰੀ ਭੱਜ ਕੇ ਜਾ ਚੁੱਕੇ ਹੈ, ਵੀਡੀਓ ਕਾਨਫਰੰਸ ਰਾਹੀਂ ਐਪਲੀਕੇਸ਼ਨ ਦੇ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਹੋ ਸਕਦੀ ਹੈ। ਜਾਂ ਉਹਨਾਂ ਨੂੰ ਅਗਰ ਫਿਰ ਵੀ ਕੋਈ ਲਾਈਫ ਥ੍ਰੈਟ ਹੈਗਾ ਤੇ ਇੱਥੇ ਤੱਕ ਪ੍ਰੋਵੀਜ਼ਨ ਹੈਗੀ ਹੈ ਕਿ ਮੈਂ ਛੋਟੀ ਜਿਹੀ ਇੱਕ ਸ਼ਾਰਟ ਮੈਂ ਰਸਤੇ ਦੱਸ ਦੇਵਾਂ ਕਿ ਇਹਦੇ ਵਿੱਚ ਆਪਾਂ ਆਪਣੇ ਗੌਰਮੈਂਟ ਦੇ ਕੋਲ ਆਪਾਂ ਐਪਲੀਕੇਸ਼ਨ ਦੇ ਕੇ ਆਪਣਾ ਲਾਈਫ ਥ੍ਰੈਟ ਦਾ ਸਾਰਾ ਪਰਸੈਪਸ਼ਨ ਦੱਸ ਕੇ ਆਪਣੇ ਆਈਡੀ ਪ੍ਰੂਫ ਤੋਂ ਲੈ ਕੇ ਬੈਂਕ ਪ੍ਰੂਫ ਤੋਂ ਲੈ ਕੇ ਆਪਣੇ ਫੈਮਿਲੀ ਦੇ ਜਿਹੜੇ ਨੇਮ ਸਾਰੇ ਜਿਹੜੇ ਆ ਉਹ ਵੀ ਆਪਾਂ ਚੇਂਜ ਕਰਵਾ ਸਕਦੇ ਹਾਂ। ਔਰ ਉਹਨੂੰ ਗਵਰਨਮੈਂਟ ਨੇ ਅਲੱਗ ਤੋਂ ਰੀਹੈਬਿਲਿਟੇਟ ਕਰਨ ਦਾ ਅਗਰ ਅੰਡਰਟੇਕਿੰਗ ਲੈ ਲਈਏ ਤਾਂ ਉਹਨਾਂ ਨੂੰ ਕਰਕੇ ਦੇਣਾ ਪਏਗਾ ਜੀ। ਇਸ ਦੇ ਨਾਲ ਹੀ ਆਪਾਂ ਜੇ ਫਟਾਫਟ ਇੱਕ ਹੋਰ ਗੱਲ ਪੁੱਛ ਲਈਏ ਕਿ ਜ਼ਮਾਨਤ ਕਿਵੇਂ ਜ਼ਮਾਨਤ ਲਿੱਤੀ ਜਾ ਸਕਦੀ ਇੱਕ ਬੱਚੇ ਦੀ, ਕਿਉਂਕਿ ਸਾਡੇ ਵੱਡਿਆਂ ਦੇ ਤਾਂ ਕਾਨੂੰਨ ਬਣੇ ਹੋਏ ਨੇ ਤੇ ਬੱਚਿਆਂ ਦੀ ਜ਼ਮਾਨਤ ਦਾ ਕੋਈ ਵੱਖਰਾ ਕਾਨੂੰਨ ਹੈ। ਜੁਵੈਨਾਈਲ ਜਸਟਿਸ ਐਕਟ ਵਿੱਚ ਬੱਚੇ ਦੀ ਜਦੋਂ ਉਹਨੂੰ ਅਸੀਂ ਆਬਜ਼ਰਵੇਸ਼ਨ ਹੋਮ 'ਚ ਭੇਜਦਾ ਤਾਂ ਕੁਐਸਚਨ ਆਉਂਦਾ ਹੈ ਕਿ ਨੈਚੁਰਲੀ ਇਟ ਵਿਲ ਟ੍ਰਾਇਲ ਜਿਹੜਾ ਹੈਗਾ ਉਹ ਤਾਂ ਡਿਲੇ ਹੋਏਗਾ, ਉਹ ਟਾਈਮ ਲੱਗੇਗਾ। ਪਹਿਲਾਂ ਤਾਂ ਚਾਰਜ ਸ਼ੀਟ ਸਬਮਿਟ ਹੋਣੀ ਹੈ, ਫਾਈਨਲ ਰਿਪੋਰਟ 173 CRPC 'ਚ, ਫਿਰ ਉਸ ਤੋਂ ਬਾਅਦ ਅਲਟੀਮੇਟਲੀ ਜਾ ਕੇ ਫਿਰ ਉਹਦੇ ਖਿਲਾਫ ਚਾਰਜ ਲੱਗੇਗਾ ਜਿਹਨੂੰ ਆਪਾਂ ਨੋਟਿਸ ਕਹਿੰਦੇ, ਨੋਟਿਸ ਆਫ ਐਕੁਜੀਸ਼ਨ ਕਹਿੰਦੇ ਆ, ਫਿਰ ਅਲਟੀਮੇਟਲੀ ਉਹਦਾ ਟ੍ਰਾਇਲ ਚੱਲੇਗਾ। ਤਾਂ ਇਟ ਵਿਲ ਟੇਕ ਸਮ ਟਾਈਮ। ਤਾਂ ਉਹਦੇ ਲਈ ਜਿਹੜੀ ਬੇਲ ਹੋਣੀ ਹੈ ਉਹਦੇ ਜਿਹੜੇ ਪੇਰੈਂਟਸ ਹੈਗੇ ਆ, ਆਈਦਰ ਉਹਦਾ ਪੇਰੈਂਟ ਜਿਹੜੇ ਹੈ ਉਹ ਐਫੀਡੇਵਿਟ ਦੇਣਗੇ ਜੀ, ਕੋਰਟ ਦੇ ਵਿੱਚ ਆਪਣਾ ਬਿਆਨ ਦੇਣਗੇ। ਪਹਿਲਾਂ ਤਾਂ ਉਹ ਪ੍ਰਾਈਮਾ ਫੇਸਾਈ ਅਪਰੂਵ ਕਰਨਗੇ ਕਿ ਵੀ ਉਹਨਾਂ ਦਾ ਬੱਚਾ ਜਿਹੜਾ ਹੈ ਉਹ ਜੁਵੈਨਾਈਲ ਹੈ ਜੀ। ਉਹਦੇ ਲਈ ਉਹਨਾਂ ਦਾ ਡੇਟ ਆਫ ਬਰਥ ਹੀ ਸਭ ਤੋਂ ਵੱਡਾ ਸਰਟੀਫਿਕੇਟ ਮੰਨਿਆ ਜਾਂਦਾ ਹੈ, ਜਿਹੜਾ ਕਿ ਪ੍ਰਾਈਮਾ ਫੇਸਾਈ। ਮੈਂ ਹੁਣੇ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਲੇਟੈਸਟ ਜਜਮੈਂਟ ਇੱਕ ਆ ਗਈ ਹੈ ਹੁਣ, ਜਿਹਦੇ ਮੁਤਾਬਕ ਆਧਾਰ ਕਾਰਡ ਜਿਹੜਾ ਹੈਗਾ ਜੁਵੈਨਾਈਲ ਲਈ ਜਿਹੜਾ ਹੈ ਜ਼ਰੂਰੀ ਨਹੀਂ ਮੰਨਿਆ ਗਿਆ ਜੀ। ਤਾਂ ਇਹ ਸਾਰੇ ਸਰਟੀਫਿਕੇਟਸ ਦੇ ਬੇਸਿਸ ਦੇ ਉੱਤੇ ਬੇਲ ਜਿਹੜੀ ਹੈ ਉਹਨਾਂ ਨੂੰ ਗ੍ਰਾਂਟ ਹੋਏਗੀ। ਗ੍ਰਾਂਟ ਕਰਵਾਉਣ ਲਈ ਉਹਦੇ ਲਈ ਇੱਕ ਐਫੀਡੇਵਿਟ ਜਿਹੜਾ ਹੈਗਾ ਅੰਡਰਟੇਕਿੰਗ ਦੇਣੀ ਹੈ ਪੇਰੈਂਟ ਨੇ ਕਿ ਅੱਗੇ ਤੋਂ ਉਸ ਨੂੰ ਬਾਲ ਅਪਰਾਧੀ ਨੂੰ ਅੱਗੇ ਤੋਂ ਕਿਸੇ ਵੀ ਓਫੈਂਡਰ ਨਾਲ ਜਾਂ ਕਿਸੇ ਵੀ ਕ੍ਰਿਮੀਨਲ ਦੇ ਨਾਲ ਉਹਨੂੰ ਨਹੀਂ ਮਿਲਣ ਦਿੱਤਾ ਜਾਊਗਾ ਔਰ ਅੱਗੇ ਤੋਂ ਉਹਦਾ ਧਿਆਨ ਰੱਖ ਕੇ ਉਹਨੂੰ ਸੁਧਾਰ ਕੀਤਾ ਜਾਏਗਾ, ਤਦ ਹੀ ਬੇਲ ਮਿਲੇਗੀ ਉਹਨੂੰ ਜੀ। ਇਸ ਦੇ ਨਾਲ ਹੀ ਸਰ ਤੁਸੀਂ ਸਾਡੇ ਇਸ ਜਾਣਕਾਰੀ ਭਰਪੂਰ ਸੈਸ਼ਨ ਨੂੰ ਕਿਵੇਂ ਅੰਤ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਕਾਨੂੰਨ ਤਾਂ ਸਰਕਾਰ ਨੇ ਬਹੁਤ ਬਣਾਏ ਹੋਏ ਹੈ, ਟਾਈਮ ਟੂ ਟਾਈਮ ਜਿਹੜਾ ਹੈਗਾ ਸਰਕਾਰ ਇਹਦੇ 'ਤੇ ਸੋਧ ਕਰਦੀ ਰਹੀ ਹੈ। ਜਿਹੜੇ ਬਾਲ ਅਪਰਾਧੀ ਹੈ ਉਹਨਾਂ ਲਈ ਵੀ ਸਟ੍ਰਿਕਟ ਕਾਨੂੰਨ ਹੁਣ ਬਣਾਏ ਗਏ ਹੈ ਜੀ। ਥੋੜ੍ਹਾ ਜਿਹਾ ਇਹਦੇ ਵਿੱਚ ਸਜ਼ਾ ਜਿਹੜੀ ਹੈਗੀ ਹੈ ਬਹੁਤ ਘੱਟ ਰੱਖੀ ਗਈ ਹੈ। ਅਗਰ ਜਿਹੜਾ ਬਾਲ ਅਪਰਾਧੀ ਹੈ ਉਹਨੇ ਓਫੈਂਸ ਬਹੁਤ ਕ੍ਰਿਮੀਨਲ ਬਹੁਤ ਵੱਡਾ ਓਫੈਂਸ ਕੀਤਾ ਬਟ ਉਹਨੂੰ ਸਜ਼ਾ 3 ਸਾਲ ਮੈਕਸਿਮਮ, तो एक बहुत थोड़ी सज़ा है। ਇਹਦੇ ਲਈ ਸਰਕਾਰ ਦੇ ਅੱਗੇ ਥੋੜ੍ਹਾ ਜਿਹਾ ਇੱਕ ਆਪਣਾ ਜਿਹੜਾ ਹੈਗਾ ਅਵੇਅਰਨੈਸ ਜਿਹੜੀ ਹੈਗੀ ਲੋਕਾਂ ਵੱਲੋਂ ਹੋਣੀ ਚਾਹੀਦੀ ਹੈ। ਪਰ ਜਿਹੜੇ ਓਫੈਂਡਰਸ ਦੇ ਅਗੇਂਸਟ ਇਹ ਕ੍ਰਾਈਮ ਕੀਤਾ ਜਾਂਦਾ ਹੈ ਜੀ, ਉਹਨਾਂ ਨੂੰ ਇਮੀਡੀਏਟਲੀ FIR ਲੌਂਚ ਕਰਨਾ ਉਹਨਾਂ ਦਾ ਇੱਕ ਡਿਊਟੀ ਬਣਦੀ ਹੈ ਔਰ ਤਾਂ ਕਿ ਅੱਗੇ ਤੋਂ ਕਨਵਿਕਸ਼ਨ ਰੇਟ ਜਾਂ ਪਲੱਸ ਜਿਹੜਾ ਵਿਕਟਿਮ ਕੰਪਨਸੇਸ਼ਨ ਐਕਟ ਦੇ ਮੁਤਾਬਕ ਕੰਪਨਸੇਸ਼ਨ ਕਲੇਮ ਕਰਨਾ ਔਰ ਅਵੇਅਰਨੈਸ ਜੀ, ਤਾਂ ਕਿ ਗਰੀਬ ਲੋਕਾਂ ਦੇ ਵਿੱਚ ਆਮ ਔਰਤਾਂ ਹਰ ਤਰ੍ਹਾਂ ਦੇ ਜਿਹੜੇ ਲੋਕ ਹੈ ਉਹਨਾਂ ਵਿੱਚ ਇਹ ਅਵੇਅਰਨੈਸ ਬੇਸਿਸ ਦੇ ਉੱਤੇ ਇਹ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਰੋਕਿਆ ਜਾ ਸਕੇ ਜੀ। ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਸੈਸ਼ਨ ਸੀਗਾ ਇਹ ਸਾਡਾ ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਤੁਹਾਨੂੰ ਉੱਤਰ ਵੀ ਮਿਲ ਚੁੱਕੇ ਹੋਣਗੇ ਤੇ ਹੁਣ ਆਪਾਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜੇ ਤੇ ਮੈਂ ਤੁਹਾਡੇ ਸਾਰਿਆਂ ਤੋਂ ਲੈਣੀ ਆ ਇਜਾਜ਼ਤ ਤੇ ਤੁਹਾਨੂੰ ਫਿਰ ਅਗਲੇ ਹਫਤੇ ਮਿਲਾਂਗੇ ਇੱਕ ਨਵੇਂ ਕਾਨੂੰਨ ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਨੀ ਦੇਰ ਤੱਕ ਧੰਨਵਾਦ। ਧੰਨਵਾਦ।